ਸਤਿ ਸ਼੍ਰੀ ਅਕਾਲ। ਜਗਬਾਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਰਮਨਦੀਪ ਸਿੰਘ ਸੋਢੀ। ਇੱਕ ਦੌਰ ਸੀ ਜਦੋਂ ਵਿਦੇਸ਼ੀ ਮੁਲਕਾਂ ਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਨੂੰ ਆਪਣੇ ਹੱਕਾਂ ਦੇ ਲਈ ਜਦੋਜਹਿਦ ਕਰਨੀ ਪੈਂਦੀ ਸੀ ਔਰ ਹੌਲੀ ਹੌਲੀ ਸਮਾਂ ਬੀਤਿਆ। ਪੰਜਾਬੀਆਂ ਦੀ, ਭਾਰਤੀਆਂ ਦੀ ਅਣਥੱਕ ਮਿਹਨਤ ਨੇ ਭਾਰਤੀਆਂ ਨੂੰ ਇਸ ਮੁਕਾਮ ਤੇ ਲਿਆ ਕੇ ਖੜਾ ਕੀਤਾ ਕਿ ਭਾਰਤੀ ਮੂਲ ਦੇ ਲੋਕ ਜਿੱਥੇ ਵਿਦੇਸ਼ਾਂ ਦੇ ਵਿੱਚ ਆਰਥਿਕ ਤੌਰ ਤੇ ਮਜ਼ਬੂਤ ਤਾਂ ਹੋਏ, ਨਾਲ ਹੀ ਸਮਾਜਿਕ ਤੌਰ ਤੇ ਤਾਣੇ ਬਾਣੇ ਦੇ ਅੰਦਰ ਵੀ ਉਹਨਾਂ ਨੇ ਆਪਣੇ ਆਧਾਰ ਨੂੰ ਕਾਫੀ ਵੱਡੇ ਪੱਧਰ ਤੇ ਮਜ਼ਬੂਤ ਕੀਤਾ। ਤੇ ਹੁਣ ਹਾਲਾਤ ਅਜਿਹੇ ਬਣ ਗਏ ਨੇ ਕਿ ਭਾਰਤੀ ਮੂਲ ਦੇ ਲੋਕਾਂ ਦੀ ਉੱਥੋਂ ਦੀ ਸਿਆਸਤ ਦੇ ਵਿੱਚ ਵੀ ਜਿਹੜਾ ਰੁਚੀ ਵੱਧਦੀ ਜਾ ਰਹੀ ਹੈ ਤੇ ਸੁਭਾਵਿਕ ਤੌਰ ਤੇ ਉੱਥੇ ਦੇ ਲੋਕਾਂ ਨੇ ਵੀ ਭਾਰਤੀ ਮੂਲ ਦੇ ਲੋਕਾਂ ਨੂੰ ਸਿਆਸਤ ਦੇ ਵਿੱਚ ਕਾਫੀ ਹੱਦ ਤੱਕ ਸਵੀਕਾਰ ਵੀ ਕੀਤਾ। ਕੈਨੇਡਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿੱਥੇ ਭਾਰਤੀ ਮੂਲ ਦੇ ਲੋਕ, ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨੇ ਕੈਬਨਿਟ ਦੇ ਵਿੱਚ ਵਿਸ਼ੇਸ਼ ਸਥਾਨ ਹਾਸਲ ਕੀਤਾ, ਉੱਥੇ ਕੈਨੇਡਾ ਦੇ ਵਿੱਚ ਤਾਂ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਹੱਥ ਪਾਉਣ ਦੇ ਵਿੱਚ ਵੀ ਭਾਰਤੀ ਮੂਲ ਦੇ ਲੋਕ ਪਿੱਛੇ ਨਹੀਂ ਹਟ ਰਹੇ। ਪਰ ਉਸ ਤੋਂ ਬਾਅਦ ਇਹ ਸਿਲਸਿਲਾ ਨਿਊਜ਼ੀਲੈਂਡ ਦੇ ਵਿੱਚ ਵੀ ਸ਼ੁਰੂ ਹੁੰਦਾ, ਉੱਥੇ ਵੀ ਭਾਰਤੀ ਮੂਲ ਦੇ ਕੈਂਪੀ ਚੁਣੇ ਜਾਂਦੇ ਨੇ। ਪਰ ਹੁਣ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੀਆਂ ਆਮ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ, ਆਸਟ੍ਰੇਲੀਆ ਦੇ ਜਿਹੜੇ ਰਾਜਧਾਨੀ ਪ੍ਰਦੇਸ਼ ਨੇ ਉੱਥੋਂ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। 2020 ਦੇ ਦੌਰਾਨ ਸਤੰਬਰ 'ਚ ਚੋਣਾਂ ਹੋ ਰਹੀਆਂ ਨੇ ਔਰ ਅਕਤੂਬਰ ਦੇ ਵਿੱਚ ਪ੍ਰੀ ਪੋਲਿੰਗ ਵੀ ਸ਼ੁਰੂ ਹੋ ਜਾਣੀ ਹੈ। ਤਾਂ ਅਸੀਂ ਜੇਕਰ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੀ ਗੱਲ ਕਰੀਏ ਤਾਂ ਉੱਥੋਂ ਦੀਆਂ ਚੋਣਾਂ ਦੇ ਵਿੱਚ ਇਸ ਵਾਰ ਮੁੱਖ ਤੌਰ ਤੇ ਲੇਬਰ, ਲਿਬਰਲ ਔਰ ਗ੍ਰੀਨ ਪਾਰਟੀ, ਤਿੰਨ ਪਾਰਟੀਆਂ 'ਚ ਮੁਕਾਬਲਾ ਹੋਣ ਜਾ ਰਿਹਾ। ਮੁੱਖ ਤੌਰ ਤੇ ਲੇਬਰ ਔਰ ਲਿਬਰਲ ਦਾ ਮੁਕਾਬਲਾ ਮੰਨਿਆ ਜਾ ਰਿਹਾ। ਤਾਂ ਖਾਸ ਗੱਲ ਇਹ ਹੈ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਪੰਜਾਬੀਆਂ ਨੇ ਵੱਖਰੀ ਛਾਪ ਛੱਡੀ ਆ, ਤਾਂ ਭਾਰਤੀ ਮੂਲ ਦੇ ਅਮਰਦੀਪ ਸਿੰਘ ਜਿਹੜੇ ਕਿ ਪਹਿਲੇ ਦਸਤਾਰਧਾਰੀ ਉਮੀਦਵਾਰ ਨੇ ਲਿਬਰਲ ਪਾਰਟੀ ਦੇ ਵੱਲੋਂ, ਮੁਰਮਜੀ ਜਿਹੜੀ ਕੌਂਸਟੀਚੁਐਂਸੀ ਆ, ਸੀਟ ਆ, ਉੱਥੋਂ ਉਹ ਚੋਣ ਲੜਨ ਜਾ ਰਹੇ ਨੇ। ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ, ਉਹਨਾਂ ਦਾ ਵਿਜ਼ਨ ਕੀ ਹੈ ਕੈਨਬਰਾ ਨੂੰ ਲੈ ਕੇ, ਆਪਣੀ ਕੌਂਸਟੀਚੁਐਂਸੀ ਨੂੰ ਲੈ ਕੇ। ਔਰ ਖਾਸ ਤੌਰ ਤੇ ਸਭ ਤੋਂ ਪਹਿਲਾ ਸਵਾਲ ਅਸੀਂ ਸਵਾਗਤ ਕਰਦੇ ਹੋਏ ਅਮਰਦੀਪ ਸਿੰਘ ਹੋਰਾਂ ਤੋਂ ਇਹ ਪੁੱਛਾਂਗੇ ਕਿ ਤੁਸੀਂ ਜਗਬਾਣੀ ਦੇ ਦਰਸ਼ਕਾਂ ਨੂੰ ਆਪਣੇ ਭਾਰਤੀ ਪਿਛੋਕੜ ਦੇ ਬਾਰੇ ਜਾਣੂ ਕਰਵਾਓ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਰਮਨਦੀਪ ਜੀ। ਸਭ ਤੋਂ ਪਹਿਲਾਂ ਜਗਬਾਣੀ ਦਾਇਰੇ ਦੇ ਸਾਰੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ। ਸੋ ਜੇ ਮੈਂ ਆਪਣੇ ਮੂਲ ਦੀ ਗੱਲ ਕਰਾਂ ਤੇ ਮੇਰਾ ਜਿਹੜਾ ਪਿਛੋਕੜ ਹੈ, ਮੇਰੀ ਜੰਮਪਲ ਸਾਰੀ ਚੰਡੀਗੜ੍ਹ ਦੀ ਹੈ ਤੇ ਕਰੀਬ 2 ਦਹਾਕੇ ਪਹਿਲਾਂ ਮੈਂ ਇੱਥੇ ਐਜ਼ ਬਤੌਰ ਸਕਿਲਡ ਮਾਈਗ੍ਰੈਂਟ ਮੂਵ ਹੋਇਆ ਸੀ ਕੈਨਬਰਾ ਦੇ ਵਿੱਚ। ਤੇ ਉਸ ਤੋਂ ਬਾਅਦ ਜਿੱਦਾਂ ਜਦੋਜਹਿਦ ਸਾਰੇ ਭਾਰਤੀਆਂ ਨਾਲ ਹੁੰਦੀ ਹੈ, ਮੇਰੇ ਨਾਲ ਵੀ ਹੋਈ। ਸ਼ੁਰੂ 'ਚ ਆਪਦੇ ਆਪ ਨੂੰ ਫਾਈਨੈਂਸ਼ਲੀ ਐਸਟੈਬਲਿਸ਼ ਕਰਨਾ, ਹੌਲੀ ਹੌਲੀ ਕਰਦੇ ਕਰਦੇ ਕਮਿਊਨਿਟੀ ਦੇ ਜਿਹੜੇ ਕੰਮ ਸੀ, ਕੰਮ ਕਰਨ ਉਹਨਾਂ 'ਚ ਰੁਚੀ ਵਧੀ। ਤੇ ਜਦੋਂ ਕਮਿਊਨਿਟੀ ਦੇ ਵਿੱਚ ਤੁਸੀਂ ਕੰਮਕਾਜ ਕਰਨੇ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਦਿਖਦਾ ਹੈ ਕਿ ਜਦੋਂ ਅਸੀਂ ਆਸਟ੍ਰੇਲੀਆ ਵਰਗੇ ਜਾਂ ਗਾਂਹ ਵਧੂ ਮੁਲਕ ਜਿਹੜੇ ਆ ਉਹਨਾਂ ਦੇ ਬਾਰੇ ਗੱਲ ਕਰਦੇ ਹਾਂ ਤਾਂ ਲੱਗਦਾ ਕਿ ਇੱਥੇ ਸਾਰਾ ਕੁਛ ਹੀ ਜਿਹੜਾ ਉਹ ਕਹਿੰਦੇ ਬੈਡ ਆਫ ਰੋਜ਼ਿਸ ਜਿਹਨੂੰ ਆਪਾਂ ਇੰਗਲਿਸ਼ ਕਹਿ ਦਿੰਦੇ ਆ, ਉਹ ਹੋਣਾ। ਪਰ ਜਦ ਤੁਸੀਂ ਵਿੱਚ ਵਿਚਰਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਇਟ ਇਜ਼ ਐਕਚੁਅਲੀ ਨਾਟ ਬੈਡ ਆਫ ਰੋਜ਼ਿਸ। ਉਹਦੇ ਵਿੱਚ ਬਹੁਤ ਸਾਰੇ ਐਸੇ ਹਾਲਾਤ ਹੁੰਦੇ ਨੇ ਜਿੱਦਾਂ ਕਿ ਕੁਛ ਐਸੇ ਬੱਚੇ ਇੱਦਾਂ ਦੇ ਹਾਲਾਤਾਂ ਤੋਂ ਰੂਬਰੂ ਹੋ ਰਹੇ ਹੈ ਕਿ ਉਹ ਐਕਸਕਰਸ਼ਨ ਤੇ ਨਹੀਂ ਜਾ ਸਕਦੇ ਕਿਉਂਕਿ ਮਾਪਿਓ ਜਿਹੜੇ ਆ ਉਹ ਅਫੋਰਡ ਨਹੀਂ ਕਰ ਸਕਦੇ, ਜਾਂ ਉਹ ਬਰਥਡੇ ਪਾਰਟੀਜ਼ ਸੈਲੀਬ੍ਰੇਟ ਨਹੀਂ ਕਰਦੇ, ਜਾਂ ਮਨਾਉਂਦੇ ਨਹੀਂ, ਜਾਂ ਜਾਂਦੇ ਨਹੀਂ। ਸੋ ਜਦੋਂ ਇੱਦਾਂ ਦੀਆਂ ਸੱਚਾਈਆਂ ਨਾਲ ਰੂਬਰੂ ਹੋਏ ਤਾਂ ਜੀ ਕੀਤਾ ਕਿ ਕਿਉਂ ਨਾ ਕਿਤੇ ਕੁਛ ਕੀਤਾ ਜਾਏ। ਫਿਰ ਮੈਂ ਆਪ ਦਾ ਜਿਹੜਾ ਰੁਝਾਨ ਸੀ ਮੇਰਾ ਉਹ ਚੈਰਿਟੀਜ਼ ਵੱਲ ਥੋੜ੍ਹਾ ਜਿਹਾ ਮੁੜਿਆ ਤੇ ਕੁਛ ਇੱਕ ਚੈਰਿਟੀਜ਼ ਸੀ ਜਿਨ੍ਹਾਂ ਨਾਲ ਮੈਂ ਕਾਫੀ ਕਹਿੰਦੇ ਕਲੋਜ਼ ਤਰੀਕੇ ਨਾਲ, ਡੂੰਘੇ ਤਰੀਕੇ ਨਾਲ ਉਹਨਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ, ਜਿੱਦਾਂ ਸਮਿਥ ਫੈਮਿਲੀ ਹੋਇਆ ਜਾਂ ਪ੍ਰੋਜੈਕਟ ਫਿਊਚਰਸ, ਇੱਦਾਂ ਦੀਆਂ ਚੈਰਿਟੀਜ਼ ਸੀਗੀਆਂ। ਤੇ ਇੱਕ ਸਮਾਂ ਆਇਆ ਜਦੋਂ ਕਿ ਜਿਹੜੇ ਲਿਬਰਲ ਪਾਰਟੀ ਸੀਗੀ, ਜਦੋਂ ਮੈਂ ਆਪਣੇ ਸਫ਼ਰ ਦੇ ਦੌਰਾਨ ਇੱਕ ਇੱਥੇ ਭਾਰਤ ਦੀ ਸੰਸਥਾ ਹੈ ਜਿਹੜੀ ਭਾਰਤ ਦੀ ਅੰਬਰੇਲਾ ਬੋਡੀ, ਉਹਨੂੰ ਕਹਿੰਦੇ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਸ ਆਫ ACT। ਉਹਦੇ ਵਿੱਚ ਜਿਹੜੀਆਂ 26-27 ਭਾਰਤੀ ਮੂਲ ਦੀਆਂ ਜਿੰਨੀਆਂ ਵੀ ਐਸੋਸੀਏਸ਼ਨਸ ਨੇ, ਭਾਵੇਂ ਉਹ ਤਮਿਲ ਹੋਏ, ਤੇਲਗੂ ਹੋਏ, ਮੰਦਰ ਹੋਣ, ਗੁਰਦੁਆਰੇ ਹੋਣ, ਉਹਦਾ ਹਿੱਸਾ ਨੇ। ਤੇ ਮੈਂ 3 ਸਾਲ ਉਹਦੀ ਜਿਹੜੀ ਅਗਵਾਈ ਕੀਤੀ ਐਸੋਸੀਏਸ਼ਨ ਦੀ ਪ੍ਰੈਜ਼ੀਡੈਂਟ। ਤੇ ਉਸ ਰੋਲ ਦੇ ਵਿੱਚ ਮੈਨੂੰ ਜਿਹੜੇ ਸੀ ਇਹ ਲਿਬਰਲ ਪਾਰਟੀ, ਲੇਬਰ ਪਾਰਟੀ, ਇਹਨਾਂ ਦੇ ਜਿਹੜੇ ਲੀਡਰ ਸੀ ਉਹਨਾਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ। ਤੇ ਫਿਰ ਉਹਨਾਂ ਦੇ ਪ੍ਰੇਰਨਾ ਨਾਲ ਹੀ ਮੈਂ ਜਿਹੜਾ ਸੀਗਾ ਉਹ ਇੱਕ ਬਤੌਰ ਉਮੀਦਵਾਰ ਆਪਣਾ ਹੱਥ ਖੜਾ ਕੀਤਾ ਤੇ ਪਾਰਟੀ ਨੇ ਬਹੁਤ ਵੱਡੇ ਹੰਗਾਰੇ ਨਾਲ ਮੈਨੂੰ ਜੀ ਆਇਆਂ ਨੂੰ ਕਿਹਾ ਤੇ ਬਤੌਰ ਉਮੀਦਵਾਰ ਮੈਨੂੰ ਸਵੀਕਾਰਿਆ। ਅਮਰਦੀਪ ਸਿੰਘ ਜੀ, ਤੁਹਾਡੇ ਕੋਲ ਤਾਂ 2 ਆਪਸ਼ਨਾਂ ਹੋਰ ਵੀ ਹੈਗੀਆਂ ਸੀ। ਲੇਬਰ ਦੀ ਆਪਸ਼ਨ ਵੀ ਹੈਗੀ ਸੀ, ਗ੍ਰੀਨ ਪਾਰਟੀ। ਚਲੋ ਗ੍ਰੀਨ ਪਾਰਟੀ ਨਾਲ ਬਹੁਤਾ ਭਾਰਤੀ ਮੂਲ ਦੇ ਲੋਕਾਂ ਦਾ ਰਾਬਤਾ ਬਣਦਾ ਨਹੀਂ ਹੈ, ਪਰ ਲੇਬਰ ਦੀ ਤੁਹਾਡੇ ਕੋਲ ਵੀ ਆਪਸ਼ਨ ਸੀ। ਲਿਬਰਲ ਹੀ ਕਿਉਂ ਚੁਣੀ? ਇਹ ਜੀ ਬਹੁਤ ਵਧੀਆ ਸਵਾਲ ਹੈ। ਇਹ ਸਵਾਲ ਮੈਨੂੰ ਬਾਰ-ਬਾਰ ਪੁੱਛਿਆ ਜਾਂਦਾ ਹੈ ਕਿਉਂਕਿ ਅਸੀਂ ਦੇਖਿਆ ਜਾਏ ਤਾਂ ਇਤਿਹਾਸਿਕ ਤੌਰ ਤੇ ਭਾਰਤੀ ਮੂਲ ਦੇ ਬਹੁਤ ਸਾਰੇ ਲੋਕ ਜਿਹੜੇ ਲੇਬਰ ਪਾਰਟੀ ਨਾਲ ਜੁੜੇ ਨੇ। ਤੇ ਪਰ ਮੈਨੂੰ ਲੱਗਦਾ ਹੈ ਕਿ ਜਿਹੜੀ ਇੱਥੇ ਕੈਨਬਰਾ ਦੇ ਵਿੱਚ ਜਿਹੜੀ ਸਥਿਤੀ ਹੈ, ਜਿਹੜੇ ਲਿਬਰਲ ਪਾਰਟੀਆਂ, ਲਿਬਰਲ ਪਾਰਟੀ they are supposed to be and they have proven to be better money managers। ਜਿੱਦਾਂ ਅਸੀਂ ਕਹਿੰਦੇ ਹਾਂ ਕਿ ਮੇਰਾ ਰਾਜਨੀਤੀ 'ਚ ਆਉਣ ਦਾ ਵੱਡਾ ਕਾਰਨ ਸੀ ਕਿ ਜਿਹੜੀ ਕੋਸਟ ਆਫ ਲਿਵਿੰਗ ਹੈ, ਸਾਡੇ ਜਿਹੜੇ ਗਰੀਬ ਵਰਗ ਹੈ ਜਾਂ ਜਿਹੜਾ
ਘੱਟ ਪ੍ਰਿਵਿਲੇਜਡ ਵਰਗ ਹੈ, ਉਹਨਾਂ ਵਾਸਤੇ ਮੇਰੀ ਕੋਸ਼ਿਸ਼ ਸੀ ਕਿ ਉਹਨਾਂ ਦਾ ਕਾਸਟ ਆਫ ਲਿਵਿੰਗ, ਜੋ ਉਹਨਾਂ ਦਾ ਜੀਵਨ ਦਾ ਪੱਧਰ ਜਿਹੜਾ ਉੱਚਾ ਚੱਕਿਆ ਜਾਏ। ਤੇ ਉਹੀ ਤਾਂ ਹੀ ਚੱਕਿਆ ਜਾ ਸਕਦਾ ਜੇ ਸਾਡੇ ਕੋਲ ਇਨਫ ਰਿਸੋਰਸਿਸ ਹੋਣਗੇ। ਤੇ ਜਿਹੜੀ ਲਿਬਰਲ ਪਾਰਟੀ ਸੀਗੀ, ਉਹਨਾਂ ਦਾ ਜਿਹੜਾ ਟਰੈਕ ਰਿਕਾਰਡ ਹੈ, ਉਹਨਾਂ ਦਾ ਜਿਹੜਾ ਇਤਿਹਾਸ ਹੈ, ਉਹ ਸਾਨੂੰ ਬੜੀ ਚੰਗੀ ਤਰ੍ਹਾਂ ਦਰਸਾਉਂਦਾ ਹੈ ਕਿ ਜਿਹੜੀ ਸਾਡੀ ਇਕਨੋਮੀ ਹੈ ਉਹਦੀ ਬਿਹਤਰ ਜਿਹੜੀ ਦੇਖ ਰੇਖ ਹੈ ਉਹ ਲਿਬਰਲ ਪਾਰਟੀ ਹੀ ਕਰ ਸਕਦੀ ਹੈ। ਕਿਉਂਕਿ ਇਤਿਹਾਸ ਨੇ ਸਾਨੂੰ ਦੱਸਿਆ, ਜਦੋਂ ਜਦੋਂ ਲਿਬਰਲ ਪਾਰਟੀ ਸਰਕਾਰ ਵਿੱਚ ਆਉਂਦੀ ਹੈ ਤੇ ਸਾਡਾ ਜਿਹੜਾ ਬਜਟ ਹੈ ਹਮੇਸ਼ਾ ਸਰਪਲਸ ਜਾਂਦਾ ਰਿਹਾ, ਤੇ ਜਦੋਂ ਜਦੋਂ ਲੇਬਰ ਪਾਰਟੀ ਸਾਡੇ ਕੋਲ ਆਉਂਦੀ ਰਹੀ ਹੈ, ਸਾਡਾ ਜਿਹੜਾ ਬਜਟ ਹੈ ਉਹ ਡੈਫਿਸਿਟ ਵਿੱਚ ਜਾਂਦਾ ਰਿਹਾ। ਸੋ ਇਹ ਸਭ ਤੋਂ ਵੱਡਾ ਕਾਰਨ ਸੀ। ਤੇ ਦੂਜਾ ਗੱਲ ਸੀਗਾ ਕਿ ਅਸੀਂ ਦੇਖਿਆ ਕਿ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਕਿ ਜਿਹੜਾ ਮਲਟੀਕਲਚਰਲ ਭਾਈਚਾਰਾ ਹੈ ਜੀ, ਉਹਦੇ ਵਿੱਚ ਜਿਹੜੀ ਇੱਕ ਰਿਸਪੈਕਟ ਹੈ, ਉਹ ਲਿਬਰਲ ਪਾਰਟੀ ਨੇ ਆਪਣੇ ਇੱਕ ਪ੍ਰੂਵਨ ਰਿਸਪੈਕਟ ਸ਼ੋ ਕੀਤੀ ਹੈ। ਤੇ ਉਹ ਸਾਡੇ ਜਿਹੜੇ ਤੁਸੀਂ ਉਮੀਦਵਾਰਾਂ ਦੀ ਗਿਣਤੀ ਦੇਖੋਗੇ, ਉਹਦੇ ਵਿੱਚ ਭਾਵੇਂ ਕੋਰੀਅਨ ਹੈਰੀਟੇਜ ਹੋਏ, ਭਾਵੇਂ ਟੋਂਗਨ ਹੈਰੀਟੇਜ ਹੋਏ, ਜੋ ਲਿਬਰਲ ਪਾਰਟੀ ਨੇ ਸਾਨੂੰ ਮੌਕਾ ਦਿੱਤਾ, ਉਹ ਸਾਰੇ ਮੇਰੇ ਖਿਆਲ ਦੂਜੇ ਪਾਸੋਂ ਮਿਲਿਆ ਨਹੀਂ ਕਿਤੇ। ਪਰ ਵਜ੍ਹਾ ਕੀ ਹੈ ਅਮਰਦੀਪ ਜੀ, ਫਿਰ ਲੋਕ ਪਾਰਟੀ ਨੂੰ ਰਿਸਪੈਕਟ ਕਿਉਂ ਨਹੀਂ ਦੇ ਪਾ ਰਹੇ? ਮੇਰੇ ਖਿਆਲ ਇਹਦੇ ਨਾਲ ਕਈ ਵਾਰੀ ਐ ਹੁੰਦਾ ਕਿ ਕੁਛ ਇੱਕ ਇਸ਼ੂਜ਼ ਐਸੇ ਹੁੰਦੇ ਆ ਜਿਹੜੇ ਕਿ ਉਹ ਖੇਤਰੀ ਇਸ਼ੂ ਨਾ ਹੋ ਕੇ ਉਹ ਨੈਸ਼ਨਲ ਇਸ਼ੂਜ਼ ਹੁੰਦੇ ਆ। ਹਾਲਾਂਕਿ ਫੈਡਰਲ 'ਚ ਤੁਹਾਡੀ ਸਰਕਾਰ ਬਣਦੀ ਹੈ, ਪਰ ਪ੍ਰਵੈਂਸ਼ਨ ਦੇ ਵਿੱਚ ਲੋਕਾਂ ਦਾ ਯਕੀਨ ਕਿਉਂ ਨਹੀਂ ਜਿੱਤ ਪਾਉਂਦੇ ਆ? ਮੈਂ ਇੱਥੇ ਇੱਕ ਦੇਸੀ ਜੀ ਉਦਾਹਰਨ ਦੇਣੀ ਚਾਹੂੰਗਾ, ਠੇਠ ਪੰਜਾਬੀ ਭਾਸ਼ਾ ਦੇ ਵਿੱਚ ਕਹਿੰਦੇ ਕਿ ਤੁਸੀਂ ਵਿਆਹ ਦੇ ਸਾਰੇ ਇੰਤਜ਼ਾਮ ਕਰ ਲਓ, ਪਰ ਜਦੋਂ ਬਰਾਤ ਚੜ੍ਹਨੀ ਹੋਵੇ ਤੇ ਲਾੜੇ ਦਾ ਸਿਹਰਾ ਨਾ ਥਿਆਵੇ ਤਾਂ ਕਹੋ ਫਿਰ ਸਾਰਾ ਸਮਾਗਮ ਅਧੂਰਾ ਰਹਿ ਜਾਂਦਾ। ਉਸੇ ਤਰ੍ਹਾਂ ਤੁਸੀਂ ਹਮੇਸ਼ਾ ਇੱਕ ਸੀਟ ਤੋਂ ਅਧੂਰੇ ਰਹਿ ਜਾਂਦੇ ਹੋ, ਤਾਂ ਇਸ ਵਾਰ ਤੁਹਾਨੂੰ ਲੱਗਦਾ ਇਹ ਖਾਨਾ ਪੂਰਤੀ ਹੋ ਪਾਊਗੀ? ਬਿਲਕੁਲ ਜੀ, ਇਹ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਕਿ ਵਾਕਈ ਜੇ ਸਿਹਰਾ ਨਾ ਥਿਆਏ ਤਾਂ ਫਿਰ ਉਹ ਬਰਾਤ ਦਾ ਕੋਈ ਮਹਿਣਾ ਨਹੀਂ ਰਹਿ ਜਾਂਦਾ। ਤੇ ਉਹ ਕਹਿੰਦੇ ਪੋਲਿਟਿਕਸ ਇਜ਼ ਅ ਫੀਲਡ ਜਿੱਥੇ ਕਿ ਇੰਚ ਇਜ਼ ਅ ਮਾਈਲ। ਭਾਵੇਂ ਤੁਸੀਂ ਇੱਕ ਸੀਟ ਤੋਂ ਪਿੱਛੇ ਹੋ, ਤੁਸੀਂ ਸਰਕਾਰ ਨਹੀਂ ਬਣਾ ਸਕਦੇ, ਤਾਂ ਤੁਸੀਂ ਆਪੋਜੀਸ਼ਨ ਚੋਂ। ਤੇ ਆਪੋਜੀਸ਼ਨ ਦੀ ਗੱਲ ਹੁੰਦੀ ਹੈ ਮੇਰੇ ਖਿਆਲ, ਜਿੱਦਾਂ ਆਪਾਂ ਇੱਕ ਪਾਇਲਟ ਦਾ ਉਦਾਹਰਨ ਦੇ ਦਈਏ ਕਿ ਇੱਕ ਜਿਹੜੀ ਆਪੋਜੀਸ਼ਨ ਹੈ ਉਹਦੀ ਇੱਕ ਸਥਿਤੀ ਕੋ ਪਾਇਲਟ ਵਰਗੀ ਹੁੰਦੀ ਹੈ। ਉਹ ਦੇਖਦਾ ਹੈ ਕਿ ਜਹਾਜ਼ ਜਿਹੜਾ ਆਪਣੇ ਨੱਕ ਦੇ ਥਾਈਂ ਥੱਲੇ ਨੂੰ ਡਿੱਗਦਾ ਪਿਆ, ਪਰ ਉਹਦੇ ਕੋਲ ਹੱਕ ਨਹੀਂ ਹੁੰਦਾ ਕਿ ਉਹ ਜਿਹੜੇ ਜਹਾਜ਼ ਦੇ ਕੰਟਰੋਲਸ ਨੂੰ ਹੱਥ ਲਾ ਸਕੇ। ਉਹ ਸਾਰਾ ਕੁਝ ਦੇਖਦਾ। ਉਹੀ ਸਥਿਤੀ ਜਿਹੜੀ ਲਿਬਰਲ ਪਾਰਟੀ ਕੋਲੇ ਹੈ ਕਿ ਸਾਡੇ ਕੋਲੇ ਇਸ ਵਕਤ ਅਸੈਂਬਲੀ ਦੇ ਵਿੱਚ 11 ਸੀਟਾਂ, 12 ਲੇਬਰ ਕੋਲ ਹੈ, ਮੈਜੋਰਿਟੀ ਕਿਸੇ ਕੋਲੇ ਵੀ ਨਹੀਂ ਹੈ। ਤੇ ਪਰ ਜਿਹੜੀ ਸਾਡੀ ਗ੍ਰੀਨਸ ਪਾਰਟੀ ਹੈ, ਉਹਨਾਂ ਨੇ ਜਿਹੜੀ ਆਪਣੀ ਸਪੋਰਟ ਹੈ ਉਹ ਲੇਬਰ ਪਾਰਟੀ ਨੂੰ ਦੇ ਕੇ ਉਹਨਾਂ ਦੀ ਇਸ ਤਰੀਕੇ ਨਾਲ ਸਰਕਾਰ ਬਣੀ ਹੋਈ ਹੈ। ਸੋ ਕਿਤੇ ਨਾ ਕਿਤੇ ਇਤਿਹਾਸਕ ਤੌਰ ਤੇ ਅਗਰ ਦੇਖਿਆ ਜਿਹੜੀ ਮਲਟੀਕਲਚਰਲ ਕਮਿਊਨਿਟੀ ਸੀ, ਅਸੀਂ ਜਿਹਨੂੰ ਬਹੁਤ ਸੰਸਕ੍ਰਿਤਿਕ ਭਾਈਚਾਰਾ ਕਹਿ ਦਿੰਦੇ ਹਾਂ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਲੇਬਰ ਪਾਰਟੀ ਨੂੰ ਬਹੁਤ ਵੱਡੀ ਸਪੋਰਟ ਦਿੱਤੀ। ਪਰ ਹੁਣ ਅਸੀਂ ਟ੍ਰੈਂਡ ਜਿਹੜਾ ਬਦਲਦਾ ਹੋਇਆ ਦੇਖ ਰਹੇ ਹਾਂ, ਕਿਉਂਕਿ ਜਿਹੜੀ ਵੱਡੀ ਪ੍ਰੋਬਲਮ ਹੈ ਇਸ ਵਕਤ ਕਾਸਟ ਆਫ ਲਿਵਿੰਗ ਦੀ ਹੈ। ਦੂਸਰੀ ਜਿਹੜੀ ਹੈਲਥ ਸਿਸਟਮ ਹੈ, ਇਹਨਾਂ ਦੇ ਇਸ਼ੂ ਹੈ ਜਿਹੜੇ ਕਿ ਡਾਇਰੈਕਟਲੀ ਇਫੈਕਟ ਕਰ ਰਹੇ ਹਨ, ਨਾ ਕਿ ਮਲਟੀਕਲਚਰਲ ਭਾਈਚਾਰੇ। ਬਹੁਤ ਅਹਿਮ ਮੁੱਦਾ ਤੁਸੀਂ ਅਮਰਦੀਪ ਜੀ ਜ਼ਿਕਰ ਕੀਤਾ ਹੈ, ਕਾਸਟ ਆਫ ਲਿਵਿੰਗ ਦਾ। ਕੰਟਰੀ ਸਾਈਡ ਚਲੇ ਜਾਓ, ਲੋਕ ਕਹਿੰਦੇ ਕਿ ਉੱਥੇ ਜੀਵਨ ਸੁਖਾਲਾ, ਘਰ ਵੀ ਸਸਤੇ ਨੇ, ਪਰ ਜੇ ਤੁਸੀਂ ਕੈਨਬਰਾ 'ਚ ਰਹਿਣਾ ਤਾਂ ਕਹਿੰਦੇ ਵੀ ਇੱਥੇ ਫਿਰ ਮਾੜੇ ਬੰਦੇ ਤੋਂ ਘਰ ਲੈਣਾ ਉਹ ਅਫੋਰਡ ਨਹੀਂ ਕਰ ਪਾਉਂਦਾ। ਖਾਸ ਤੌਰ 'ਤੇ ਦੋ ਚਾਰ ਮਸਲੇ ਜਿਹੜੇ ਮੇਰੇ ਧਿਆਨ ਦੇ ਵਿੱਚ ਨੇ ਲੋਕਲ ਲੋਕਾਂ ਦੇ ਨਾਲ ਰਾਬਤਾ ਕਰਨ ਤੋਂ ਬਾਅਦ। ਇੱਕ ਤਾਂ ਹਸਪੀਟਲ ਦੇ ਵਿੱਚ ਇਲਾਜ ਕਰਵਾਉਣਾ ਅਮਰਦੀਪ ਜੀ, ਤਾਂ ਉੱਥੇ ਵੇਟਿੰਗ ਬਹੁਤ ਆਉਂਦੀ ਹੈ। ਬੀਤੇ ਦਿਨ ਵੀ ਉੱਥੋਂ ਦੇ ਲੋਕਲ ਅਖਬਾਰਾਂ ਨੇ ਇਹਨਾਂ ਖਬਰਾਂ ਨੂੰ ਪ੍ਰਕਾਸ਼ਿਤ ਕੀਤਾ ਕਿ ਇਲਾਜ ਕਰਵਾਉਣਾ ਹੈ ਤਾਂ ਹੁਣ ਤੁਹਾਨੂੰ ਵੇਟਿੰਗ ਲਿਸਟ ਜਿਹੜਾ ਉਹ ਤੁਹਾਡਾ ਟਾਈਮ ਉਹ ਡਬਲ ਤੋਂ ਟ੍ਰਿਪਲ ਹੋ ਗਿਆ। ਇਸ ਤੋਂ ਇਲਾਵਾ ਜਿਹੜਾ ਤੁਸੀਂ ਲਿਵਿੰਗ ਕਾਸਟ ਦਾ ਜ਼ਿਕਰ ਕੀਤਾ, ਇਹਦਾ ਵੀ ਬਹੁਤ ਵੱਡਾ ਜਿਹੜਾ ਉਹ ਪ੍ਰਭਾਵ ਮੰਨਿਆ ਜਾ ਰਿਹਾ। ਤੇ ਇਹਦੇ ਤੇ ਤੁਹਾਡੀ ਪਾਰਟੀ ਦਾ ਮੈਨੀਫੈਸਟੋ ਕੀ ਹੈ? ਤੁਸੀਂ ਬਹੁਤ ਹੀ ਜਿਹੜਾ ਜ਼ਰੂਰੀ ਸਵਾਲ ਹੈ ਇਹ ਜਿਹੜਾ ਚੁੱਕਿਆ। ਤੁਸੀਂ ਸਭ ਤੋਂ ਪਹਿਲਾਂ ਕੀਤੀ ਹੈ ਕਾਸਟ ਆਫ ਲਿਵਿੰਗ ਦੀ ਗੱਲ। ਉਹਦੇ ਸਾਡੇ ਪਾਰਟੀ ਦਾ ਜਿਹੜਾ ਮੈਨੀਫੈਸਟੋ ਹੈ ਕਿ ਸਭ ਤੋਂ ਵੱਡਾ ਜਿਹੜਾ ਕਾਸਟ ਆਫ ਲਿਵਿੰਗ ਨੂੰ ਜਿਹੜੀ ਚੀਜ਼ ਸਾਨੂੰ ਚੋਟ ਪਹੁੰਚਾ ਰਹੀ ਹੈ, ਉਹ ਹੈ ਜਿਹੜੇ ਰੇਟਸ, ਜਿਹੜੇ ਕਾਉਂਸਲ ਰੇਟਸ ਹੁੰਦੇ ਆ, ਉਹ ਲਗਾਤਾਰ ਵਧੇ ਜਾ ਰਹੇ ਆ। ਉਹ ਕਰੀਬ 10% ਦੀ ਰਫ਼ਤਾਰ ਦੇ ਨਾਲ ਹਰ ਸਾਲ ਵੱਧ ਰਹੇ ਨੇ। ਤੇ ਉਹ ਇੱਕ ਜਿਹੜਾ ਅਸੀਂ ਕਹਿੰਦੇ ਹਾਂ ਦ ਬੈਕ ਪਾਕਟ ਆਫ ਕਾਮਨ ਮੈਨ, ਉਹਦੇ ਉੱਪਰ ਬਹੁਤ ਜ਼ਿਆਦਾ ਜਿਹੜਾ ਜ਼ੋਰ ਪਾ ਰਹੇ ਨੇ। ਤੇ ਸਾਡੀ ਪਾਲਿਸੀ ਹੈ ਕਿ ਜਿਸ ਦਿਨ ਅਸੀਂ ਸਰਕਾਰ ਵਿੱਚ ਆਵਾਂਗੇ, ਅਸੀਂ ਜਿਹੜੇ ਰੇਟਸ ਹੈ ਉਹਨੂੰ ਅਸੀਂ ਫਰੀਜ਼ ਕਰ ਦਿਆਂਗੇ। ਤੇ ਦੂਸਰੀ ਗੱਲ ਹੈ ਕਿ ਜਿਹੜਾ ਆਪਾਂ ਜੇ ਇਹਨੂੰ ਭਾਰਤ ਦੇ ਹਿਸਾਬ ਨਾਲ ਦੱਸੀਏ ਤਾਂ ਇੱਕ ਹੁੰਦੀ ਹੈ ਰਜਿਸਟਰੀ ਫੀ ਹੁੰਦੀ, ਆਪਾਂ ਨਵਾਂ ਜਿਹੜਾ ਘਰ ਲੈਂਦੇ ਆ ਤੇ ਇੱਥੇ ਉਹ ਜਿਹੜੀ ਫੀਸ ਹੈ, ਜਿਹੜਾ ਟਾਈਟਲ ਹੈ, ਉਹ ਫੀਸ ਅਸੀਂ ਅਗਲੇ 10 ਸਾਲਾਂ ਤੱਕ ਉਹਨੂੰ ਅਬੋਲਿਸ਼ ਕਰ ਰਹੇ ਆ। ਉਹਦੇ ਵਿੱਚ ਕੋਈ ਜਿਹੜਾ ਹੋ ਨਹੀਂ ਹੈ। ਔਰ ਛੋਟੀਆਂ ਜਿਹੜੀਆਂ ਚੀਜ਼ਾਂ ਜਿੱਦਾਂ ਇੱਕ ਕਾਸਟ ਆਫ ਲਿਵਿੰਗ ਇਫੈਕਟ ਕਰਦੀਆਂ, ਇੱਥੇ ਹਰ ਸਾਲ ਤੁਹਾਨੂੰ ਆਪਣੀ ਗੱਡੀ ਦੀ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ। ਰੇਜੋ ਜਿਹਨੂੰ ਕਹਿੰਦੇ ਆ। ਹਾਂਜੀ ਰੇਜੋ, ਉਹਨੂੰ ਸਾਨੂੰ ਰੀਨਿਊ ਕਰਾਉਣੀ ਪੈਂਦੀ ਹੈ। ਤੇ ਉਹ ACT ਦੇ ਵਿੱਚ, ਸਾਡੀ ਕੈਪੀਟਲ ਟੈਰੀਟਰੀ ਦੇ ਵਿੱਚ ਪੂਰੇ ਆਸਟ੍ਰੇਲੀਆ ਨਾਲੋਂ ਸਭ ਤੋਂ ਜ਼ਿਆਦਾ ਮਹਿੰਗੀ ਹੈ।
ਤੇ ਭਾਵੇਂ ਉਹ ਲੋਕਾਂ ਦੀ ਨਿਗਾਹ ਦੇ ਵਿੱਚ ਨਹੀਂ ਚੜਦੀ, ਕਿਉਂਕਿ ਇੱਥੇ ਜਿਹੜੀ ਹੈ ਕਈਆਂ ਦੀ ਅਫੋਰਡੇਬਿਲਿਟੀ ਹੁੰਦੀ ਆ, ਪਰ ਉਹ ਸਾਡੀ ਅਨਾਉਂਸਮੈਂਟ ਹੋਈ ਹੈ ਕਿ ਅਸੀਂ ਆਉਂਦੇ ਸਾਰ ਉਹਨੂੰ ਰਿਡਿਊਸ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਹੋਰ ਜਿਹੜੇ ਸੂਬੇ ਆ, ਭਾਵੇਂ ਨਿਊ ਸਾਊਥ ਵੇਲਜ਼ ਆ, ਉਹਨਾਂ ਦੇ ਬਰਾਬਰ ਤੱਕ ਲੈ ਕੇ ਜਾਇਆ ਜਾ ਸਕੇ। ਸੋ ਅਸੀਂ ਉਹਨੂੰ ਅਨਾਉਂਸ ਕਰ ਚੁੱਕੇ। ਤੁਸੀਂ ਜਿਹੜਾ ਬੇਸ਼ੱਕ ਤੁਸੀਂ ਇਹ ਪਲਾਨਿੰਗ ਆਪਣੇ ਤਰੀਕੇ ਦੇ ਨਾਲ ਕਰ ਰਹੇ ਹੋ, ਸੁਭਾਵਿਕ ਤੌਰ ਤੇ ਸਿਆਸੀ ਪਾਰਟੀਆਂ ਵੋਟ ਬੈਂਕ ਨੂੰ ਪ੍ਰਭਾਵਿਤ ਕਰਨ ਦੇ ਲਈ ਵੀ ਇਹ ਫੈਸਲੇ ਕਰਦੀਆਂ ਨੇ, ਪਰ ਜੋ ਮੇਰਾ ਪੰਜਾਬ ਦੀ ਆ, ਭਾਰਤ ਦੀ ਸਿਆਸਤ ਤੋਂ ਤਜਰਬਾ ਅਮਰਦੀਪ ਜੀ, ਅਜਿਹਾ ਕਰਨ ਦੇ ਨਾਲ ਤੁਹਾਨੂੰ ਲੱਗਦਾ ਨਹੀਂ ਹੈ ਕਿ ਲੋਕ ਲੁਭਾਵਣੇ ਫੈਸਲੇ ਕਰੋਗੇ ਤਾਂ ਤੁਹਾਡਾ ਰੈਵਨਿਊ ਜਿਹੜਾ ਉਹ ਘਟ ਜਾਊਗਾ? ਫਿਰ ਰੈਵਨਿਊ ਜਨਰੇਟ ਕਰਨ ਦੇ ਲਈ ਤੁਹਾਡੇ ਕੋਲ ਕੀ ਬਲੂਪ੍ਰਿੰਟ ਹੈਗਾ? ਬਹੁਤ ਹੀ ਵਧੀਆ ਸਵਾਲ ਹੈ ਜੀ, ਕਿਉਂਕਿ ਜਦੋਂ ਅਸੀਂ ਵਧੀਆ ਅਨਾਉਂਸਮੈਂਟਸ ਕਰ ਦਿੰਦੇ ਆ, ਤੁਸੀਂ ਕਿਹਾ ਜਿੱਦਾਂ ਲੋਕ ਲੁਭਾਵਣੇ, ਤੇ ਉਹਦੇ ਵਾਸਤੇ ਸਾਨੂੰ ਬੈਕਅਪ ਦੇਖਣਾ ਚਾਹੀਦਾ ਕਿ ਪੈਸਾ ਆਏਗਾ ਕਿੱਥੋਂ। ਤੇ ਥੋੜਾ ਜਿਹਾ ਡਿਫਰੈਂਸ ਜਿਹੜਾ ਆਸਟ੍ਰੇਲੀਆ ਦੇ ਵਿੱਚ ਇਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਜੋ ਤੁਸੀਂ ਸਵਾਲ ਪੁੱਛਿਆ, ਉਹ ਲੋਕ ਵੀ ਸਵਾਲ ਪੁੱਛਦੇ ਨੇ ਸਾਨੂੰ, ਪੈਸਾ ਕਿੱਥੋਂ ਆਏਗਾ। ਸੋ ਹੁਣ ਜੇ ਅਸੀਂ ਗੱਲ ਕਰੀਏ ACT ਦਾ ਜਿਹੜਾ ਰੈਵਨਿਊ ਸਟਰੀਮ ਹੈ, ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ ਕਿ ACT ਆਪਣਾ ਪੈਸਾ ਆਪ ਜਨਰੇਟ ਬਹੁਤ ਘੱਟ ਕਰਦਾ ਹੈ। ਕਰੀਬ 40% ਦੇ ਕਰੀਬ ਜਿਹੜਾ ਪੈਸਾ ACT ਚੋਂ ਜਨਰੇਟ ਹੁੰਦਾ ਟੈਕਸਿਸ ਦੇ ਰਾਹੀਂ। ਜਿਹੜਾ 60% ਉਹਦਾ ਰੈਵਨਿਊ ਹੈ ਉਹ ਕੇਂਦਰ ਸਰਕਾਰ ਤੋਂ ਆਉਂਦਾ ਗ੍ਰਾਂਟਾਂ ਦੇ ਵਿੱਚੋਂ। ਤੇ ਜਿਹੜਾ ਉਹਦੇ ਵਿੱਚ ਜਿਹੜਾ ਰੇਟਸ ਦੀ ਅਸੀਂ ਗੱਲ ਕੀਤੀ ਹੈ, ਰੇਟ ਇੱਕ ਇੰਨਾ ਵੱਡਾ ਮੁੱਦਾ ਹੈ, ਤੇ ਰੇਟ ਜਿਹੜਾ ਉਹ ਸਿਰਫ 6% ਸਾਡਾ ਰੈਵਨਿਊ ਦਾ ਹਿੱਸਾ ਹੈ ਸਰਕਾਰ ਦਾ। ਤੇ ਅਸੀਂ ਜਿਹੜੀ ਕਹਿੰਦੇ ਰੇਟ ਫਰੀਜ਼ ਕਰਾਂਗੇ ਆਉਣ ਵਾਲੇ 4 ਸਾਲ ਤੱਕ, ਤੇ ਉਹ ਜਿਹੜਾ ਸਾਨੂੰ ਰੈਵਨਿਊ ਦਾ ਲਾਸ ਹੋਣਾ ਉਹ 0.5% ਹੋਣਾ। ਸੋ 0.5% ਜੇ ਲਾਸ ਹੋਣਾ ਤਾਂ ਪਰ ਉਹ ਵੀ ਕਿਤੋਂ ਨਾ ਕਿਤੋਂ ਦਾ ਪੂਰਤੀ ਉਹਦੀ ਹੋਣੀ ਚਾਹੀਦੀ ਹੈ। ਤੇ ਸਾਡੀ ਜਿਹੜੀ ਕੈਲਕੂਲੇਸ਼ਨਸ ਹੈ ਸਾਡੀਆਂ ਬਹੁਤ ਜਿਹੜੀ ਇਹਦੇ ਵਿੱਚ ਸਾਡੀ ਉਹ ਆਪਣੇ ਆਪ ਨੂੰ ਅਸੀਂ ਇਹਨੂੰ ਇਨਵੈਸਟੀਗੇਟ ਕੀਤਾ ਕਿ ਇਹ ਪੈਸਾ ਆਏਗਾ ਕਿੱਥੋਂ। ਤੇ ਸਾਨੂੰ ਇਹ ਜਿਹੜੇ ਐਨਾਲਿਸਿਸ ਹੋਇਆ ਕਿ ਜੇ ਸਾਡਾ ਇਹ ਰੇਟਸ ਘਟਦੇ ਆ ਤੇ ਸਾਡੇ ਜਿਹੜੇ ਬਿਜ਼ਨਸ ਸਾਡੇ ਸਰਹੱਦ ਤੋਂ ਪਾਰ ਨਿਊ ਸਾਊਥ ਵੇਲਜ਼ ਵਿੱਚ ਜਾ ਰਹੇ ਨੇ, ਬਹੁਤ ਸਾਰੇ ਲੋਕ ਜਿਹੜੇ ਕਿ ਸਾਡੇ ਇੱਕ ਸੈਟੇਲਾਈਟ ਟਾਊਨਸ ਨੇ, ਕੁਈਨਬਿਨ ਹੋਇਆ, ਗੁਗਾਂਗ ਹੋਇਆ, ਉਹਨਾਂ ਵਿੱਚ ਜਾ ਕੇ ਵਸ ਰਹੇ ਨੇ, ਕਿਉਂਕਿ ACT ਦੀ ਜਿਹੜੀ ਕਾਸਟ ਆਫ ਲਿਵਿੰਗ ਮਹਿੰਗੀ ਹੋਈ ਜਾ ਰਹੀ ਹੈ। ਤੇ ਉਹਨਾਂ ਨੂੰ ਅਸੀਂ ACT ਦੇ ਵਿੱਚ ਲਿਆਉਣ ਲਈ ਪ੍ਰਭਾਵਿਤ ਕਰ ਸਕਾਂਗੇ, ਤੇ ਉਹਦੀ ਵਜ੍ਹਾ ਨਾਲ ਜਿਹੜਾ ਸਾਡਾ ਰੈਵਨਿਊ ਹੈ ਉਹ ਵੀ ਸਾਡਾ ਕਾਇਮ ਰਹੇਗਾ। ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜਿਹੜੇ ਲੋਕ ਨਿਊ ਸਾਊਥ ਵੇਲਜ਼ ਜਾ ਰਹੇ ਆ ਬਾਰਡਰ ਪਾਰ, ਜਿਹੜੇ ਸਾਡੇ ਸੈਟੇਲਾਈਟ ਟਾਊਨਸ ਹੈ ਉੱਥੇ ਰਹਿਣ ਜਾ ਰਹੇ ਆ, ਪਰ ਉਹ ਜਿਹੜੀਆਂ ਰੋਡਸ ਹੈ, ਹੈਲਥ ਸਰਵਿਸਿਜ਼ ਹੈ, ਸਕੂਲਸ ਹੈ, ਉਹ ACT ਦਾ ਯੂਜ਼ ਕਰ ਰਹੇ ਆ। ACT ਦਾ ਖਰਚਾ ਜ਼ਰੂਰ ਹੋ ਰਿਹਾ, ਪਰ ਰੈਵਨਿਊ ਜਿਹੜਾ ਉਹ ਸਾਰਾ ਨਿਊ ਸਾਊਥ ਵੇਲਜ਼ ਨੂੰ ਮਿਲ ਰਿਹਾ। ਜੇ ਅਸੀਂ ਉਹਨਾਂ ਨੂੰ ਵਾਪਸ ਲਿਆਉਣ 'ਚ ਪ੍ਰਭਾਵਿਤ ਕਰ ਸਕਦੇ ਹਾਂ, ਜੋ ਕਿ ਸਾਨੂੰ ਪੂਰੀ ਉਮੀਦ ਹੈ, ਤੇ ਉਹਦੇ ਨਾਲ ਸਾਡਾ ਜਿਹੜਾ ਰੈਵਨਿਊ ਲਾਸ ਹੋਇਆ ਉਹ ਰਿਕਵਰ ਜ਼ਰੂਰ ਹੁੰਦਾ ਹੈ, ਵਧਾਂਗੇ ਉਸ ਤੋਂ ਵੱਧ ਆਉਂਦਾ ਸਾਨੂੰ। ਜਿਸ ਤਰ੍ਹਾਂ ਤੁਸੀਂ ਇੰਟਰਵਿਊ ਦੀ ਸ਼ੁਰੂਆਤ 'ਚ ਜ਼ਿਕਰ ਕੀਤਾ ਕਿ ਆਸਟ੍ਰੇਲੀਆ ਮਲਟੀਕਲਚਰਲ ਕੰਟਰੀ ਹੈ, ਵੱਖ-ਵੱਖ ਪ੍ਰਾਂਤਾਂ, ਮੁਲਕਾਂ ਦੇ ਲੋਕ, ਵੱਖ-ਵੱਖ ਧਰਮਾਂ ਦੇ ਲੋਕ ਇਸ ਮੁਲਕ ਦੇ ਵਿੱਚ ਰਹਿੰਦੇ ਨੇ, ਤਾਂ ਸੁਭਾਵਿਕ ਤੌਰ ਤੇ ਤੁਹਾਨੂੰ ਸਾਰੀਆਂ ਕੈਟਾਗਰੀਜ਼ ਦਾ ਧਿਆਨ ਰੱਖਣਾ ਪਵੇਗਾ, ਚਾਹੇ ਉਹ ਮੁਸਲਮਾਨ ਤਬਕਾ, ਚਾਹੇ ਉਹ ਭਾਰਤੀ ਮੂਲ ਦੇ ਲੋਕ ਨੇ, ਚਾਹੇ ਈਸਾਈ ਨੇ, ਚਾਹੇ ਲੋਕਲ ਕਮਿਊਨਿਟੀ ਦੇ ਲੋਕ ਹੈਗੇ ਨੇ। ਤਾਂ ਇੱਕ ਭਾਰਤੀ ਮੂਲ ਦੇ ਲੋਕਾਂ ਦੇ ਪੱਖ ਤੋਂ ਇੱਕ ਬੜਾ ਅਹਿਮ ਸਵਾਲ ਹੈ ਕਿ ਜਿਹੜੇ ਲੋਕ ਉੱਥੇ ਪੱਕੇ ਹੋ ਗਏ ਨੇ, ਉਹਨਾਂ ਨੇ ਮਗਰੋਂ ਆਪਣੇ ਮਾਂ-ਬਾਪ ਨੂੰ ਬੁਲਾਉਣਾ ਹੁੰਦਾ, ਗਾਹੇ ਬਗਾਹੇ ਲੋੜ ਪੈਂਦੀ ਹੈ, ਜਾਂ ਫਿਰ ਮਿਲਣੀ ਦੇ ਤੌਰ ਤੇ ਜਦੋਂ ਸੱਦਣਾ ਹੁੰਦਾ ਤਾਂ ਵੀਜ਼ਾ ਬਹੁਤ ਥੋੜ੍ਹਾ ਦਿੱਤਾ ਜਾਂਦਾ ਹੈ ਤੇ ਮੋਟੀ ਫੀਸ ਵਸੂਲੀ ਜਾਂਦੀ ਹੈ। ਲੋਕਾਂ ਦਾ ਇਹ ਬਹੁਤ ਵੱਡਾ ਇਤਰਾਜ਼ ਆ। ਉਹ ਕਹਿੰਦੇ ਕਿ ਤੁਹਾਡੀ ਫੈਡਰਲ ਦੇ ਵਿੱਚ ਵੀ ਗਵਰਨਮੈਂਟ ਹੈਗੀ ਆ, ਇਸ ਤਰ੍ਹਾਂ ਦੀ ਪਾਲਿਸੀ ਕੈਨੇਡਾ ਦੀ ਤਰਜ਼ ਤੇ ਕਿਉਂ ਨਹੀਂ ਲੈ ਕੇ ਆਉਂਦੇ ਕਿ ਮਾਂ-ਬਾਪ ਦਾ ਵੀਜ਼ਾ ਜਿਹੜਾ ਉਹ 10 ਸਾਲ ਦਾ ਕਰ ਦਿੱਤਾ ਜਾਵੇ, ਤਾਂ ਕਿ ਉਹਨਾਂ ਦਾ ਜਿਹੜਾ ਫਿਕਰ ਹੈ ਉਹ 10 ਸਾਲ ਦਾ ਇਕੱਠਾ ਉਤਰ ਜਾਵੇ, ਨਾ ਤਾਂ ਫੀਸਾਂ ਦੁਬਾਰਾ ਦੇਣੀਆਂ ਪੈਣ, ਨਾ ਦੁਬਾਰਾ ਮੈਡੀਕਲ ਕਰਵਾਉਣੇ ਪੈਣ। ਨਹੀਂ ਜੀ, ਇਹ ਜਿਹੜਾ ਸਵਾਲ ਹੈ ਤੁਸੀਂ ਸਵਾਲ ਪੁੱਛਿਆ, ਬੇਸ਼ੱਕ ਇਹ ਫੈਡਰਲ ਗਵਰਨਮੈਂਟ ਦਾ ਅਧਿਕਾਰ ਖੇਤਰ ਹੈਗਾ, ਇਹ ਸਾਡੀ ਸਟੇਟ ਗਵਰਨਮੈਂਟ ਦਾ ਅਧਿਕਾਰ ਖੇਤਰ ਨਹੀਂਗਾ। ਪਰ ਮੈਨੂੰ ਲੱਗਦਾ ਹੈ ਕਿ ਜੇ ਸਾਡੇ ਜਿਹੜੇ ਸੂਬੇ ਨੇ, ਜੇ ਉਹਨਾਂ ਦੇ ਵਿੱਚ ਵੀ ਜਿਹੜੇ ਰਿਪਰੈਜ਼ੈਂਟੇਟਿਵ ਨੇ, ਜਿਹੜੇ MP ਨੇ, ਉਹ ਮਲਟੀਕਲਚਰਲ ਭਾਈਚਾਰੇ ਤੋਂ ਆਉਂਦੇ, ਜਿੱਦਾਂ ਮੈਂ ਆ, ਅਸੀਂ ਜੋ ਤੁਸੀਂ ਆ ਸਾਰੀ ਗੱਲਾਂ ਕੀਤੀਆਂ ਮਾਂ-ਪਿਓ ਦੇ ਵੀਜ਼ੇ ਦੀਆਂ, ਅਸੀਂ ਆਪ ਸਾਰੀਆਂ ਆਪਣੇ ਪਿੰਡੇ ਹਟਾਈਆਂ। ਇਹ ਸੁਣੀ ਸੁਣਾਈ ਗੱਲ ਹੈ ਨਹੀਂ। ਤੇ ਮੈਂ ਦੇਖਦਾ ਕਿਸ ਤਰ੍ਹਾਂ ਮੇਰੇ ਪਿਤਾ ਜੀ ਦਾ ਆਉਣਾ ਔਖਾ ਸੀਗਾ, ਉਹ ਕਿੱਦਾਂ ਉਹ ਆਏ, ਕਿੱਦਾਂ ਉਹ PR ਹੋਏ, ਜਾਂ ਜਿੱਦਾਂ ਮੇਰਾ ਭਰਾ ਆਉਣਾ ਚਾਹੁੰਦਾ ਸੀ, ਮੇਰੀ ਭੈਣ ਆਉਣਾ ਚਾਹੁੰਦੀ ਹੈ, ਅਸੀਂ ਉਹ ਸਾਰੀਆਂ ਚੀਜ਼ਾਂ ਆਪਣੇ ਪਿੰਡੇ ਹਟਾਈਆਂ। ਤੇ ਇਸ ਕਰਕੇ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਜਿਹੜਾ ਸਾਡਾ ਨੁਮਾਇੰਦਾ ਜਿਹੜਾ ਤੁਹਾਡਾ, ਉਹ ਤੁਸੀਂ ਉਹ ਚੁਣੋ ਜਿਹੜਾ ਕਿ ਤੁਹਾਡੇ ਦਰਦ ਦੀ ਸਾਂਝ ਪਾ ਸਕੇ। ਉਹ ਆਪਣੇ ਪਿੰਡੇ ਹਟਾਇਆ ਹੋਏ ਉਹਨੇ। ਹੁਣ ਤੁਸੀਂ ਸਾਰੀਆਂ ਗੱਲਾਂ ਕੀਤੀਆਂ, ਬੇਸ਼ੱਕ ਇਹ ਸੂਬਾਈ ਮੁੱਦੇ ਨਹੀਂ ਨੇ, ਇਹ ਸਾਰੇ ਸਾਡੇ ਰਾਸ਼ਟਰੀ ਮੁੱਦੇ ਨੇ, ਜਿਹਨਾਂ ਨੂੰ ਅਸੀਂ ਨੈਸ਼ਨਲ ਇਸ਼ੂਜ਼ ਕਹਿੰਦੇ ਨੇ, ਫੈਡਰਲ ਸਰਕਾਰ ਦੇ ਮੁੱਦੇ ਨੇ। ਪਰ ਬਤੌਰ ਲਿਬਰਲ ਪਾਰਟੀ MLA ਜੋ ਮੇਰੇ ਕੋਲ ਐਕਸੈਸ ਹੋਏਗਾ ਇਮੀਗ੍ਰੇਸ਼ਨ ਮਿਨਿਸਟਰ ਦਾ ਜਾਂ ਪ੍ਰਾਈਮ ਮਿਨਿਸਟਰ ਦਾ, ਉਹ ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਉਹ ਆਵਾਜ਼ ਆਪਣੇ ਪਾਰਟੀ ਰੂਮ 'ਚ ਉਠਾਵਾਂਗਾ, ਤੇ ਉਹ ਆਵਾਜ਼ ਅਗਰ ਮੈਂ ਜੇਤੂ ਹੁੰਦਾ ਤਾਂ ਉਹ 54,000 ਜਿਹੜਾ ਸਾਡਾ ਇੱਥੇ 54,000 ਲੋਕਾਂ ਦੀ ਆਵਾਜ਼ ਹੋਏਗੀ ਕਿ ਮੈਂ ਉਹਨੂੰ ਰਿਪਰੈਜ਼ੈਂਟ ਕਰ ਰਿਹਾ, ਤੇ ਉਹ ਆਵਾਜ਼ ਨੂੰ ਇਗਨੋਰ ਨਹੀਂ ਕੀਤਾ ਜਾ ਸਕੇਗਾ ਤੇ ਉਹਨੂੰ ਸੁਣਨਗੇ।
ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਬੇਸ਼ੱਕ ਇਸ ਇਸ਼ੂਜ਼ ਨੈਸ਼ਨਲ ਇਸ਼ੂਜ਼ ਨੇ ਕਿ ਤੁਹਾਡੇ ਜਿਹੜੇ ਸਟੇਟ ਰਿਪਰੈਜ਼ੈਂਟੇਟਿਵ ਨੇ, ਤੁਸੀਂ ਆਪਣੇ ਭਾਈਚਾਰੇ 'ਚੋਂ ਚੁਣਦੇ ਹੋ ਤੇ ਤੁਹਾਡੀ ਮੈਨੂੰ ਲੱਗਦਾ ਹੈ ਕਿ ਆਵਾਜ਼ ਜ਼ਰੂਰ ਸੁਣੀ ਜਾਂਦੀ ਹੈ। ਜਿਹੜੀ ਤੁਹਾਡੀ ਮਰਮਜੀ ਕੌਂਸਟੀਚੁਐਂਸੀ ਕਹਿ ਲਓ, ਰਾਈਡਿੰਗ ਕਹਿ ਲਓ, ਜਾਂ ਪੰਜਾਬੀ 'ਚ ਹਲਕਾ ਕਹਿ ਲਓ, ਸੀਟ ਕਹਿ ਲਓ, ਇੱਥੋਂ ਦੇ ਖਾਸ ਮੁੱਦੇ ਕੀ ਨੇ? ਆਪਣੀ ਕੌਂਸਟੀਚੁਐਂਸੀ ਨੂੰ ਧਿਆਨ 'ਚ ਰੱਖ ਕੇ ਤੁਸੀਂ ਕਿਸ ਤਰ੍ਹਾਂ ਦਾ ਮੈਨੀਫੈਸਟੋ ਲਿਖਿਆ ਜਾਂ ਕੀ ਵਾਅਦੇ ਕਰ ਰਹੇ ਹੋ ਲੋਕਾਂ ਦੇ ਨਾਲ ਕਿ ਆਹ ਮੁੱਖ ਤੌਰ 'ਤੇ ਆਹ ਵੱਡੀਆਂ ਸਮੱਸਿਆਵਾਂ ਨੇ ਜਿਹੜੀਆਂ ਅਸੀਂ ਜ਼ਿਕਰ ਕੀਤੀਆਂ ਇਹੀ ਨੇ, ਜਾਂ ਤੁਹਾਡੇ ਜ਼ਿਹਨ 'ਚ ਕੁਝ ਹੋਰ ਵੀ ਹੈ ਕਿ ਤੁਹਾਡੇ ਮਨ 'ਚ ਇਹ ਖਿਆਲ ਹੈ ਕਿ ਆਹ ਚੀਜ਼ਾਂ ਸੈੱਟ ਕਰਨ ਵਾਲੀਆਂ ਨੇ, ਚਾਹੇ ਉਹ ਯੂਥ ਦੇ ਐਂਗਲ ਤੋਂ ਹੋਣ ਜਾਂ ਫਿਰ ਵੱਖ-ਵੱਖ ਤਬਕਿਆਂ ਦੇ ਐਂਗਲ ਤੋਂ ਹੋਣ? ਬਿਲਕੁਲ ਜੀ, ਇਹ ਜਿਹੜਾ ਮਰਨ ਵਿੱਚ ਖਾਸ ਤੌਰ ਤੇ ਜਿਹੜਾ ਹਲਕਾ ਹੈ, ਇਹਦੇ ਵਿੱਚ ਆਫਕੋਰਸ ਕਾਸਟ ਆਫ ਲਿਵਿੰਗ ਤਾਂ ਜਿਹੜੀ ਪੂਰੇ ਏਸੀਟੀ ਦੀ ਵੀ ਪ੍ਰੋਬਲਮ ਹੈ, ਪਰ ਜਿਹੜਾ ਮਰਨ ਵਿੱਚ ਖਾਸ ਤੌਰ ਤੇ ਹਲਕਾ ਇਹਦੇ ਵਿੱਚ ਇੱਕ ਹੋਰ ਵੱਡੀ ਪ੍ਰੋਬਲਮ ਹੈ ਕਿ ਸਾਡੇ ਕੋਲੇ ਅੱਗੇ ਹੀ ਗਿਣੀ ਮਿੱਥੀ ਥਾਂ ਹੈ ਇੱਥੇ, ਜਿਹੜੀ ਜਿਹਨੂੰ ਆਪਾਂ ਲੈਂਡ ਕਹਿੰਦੇ ਆ, ਸਪੇਸ ਹੈ। ਪਰ ਜਿੱਥੇ ਵੀ ਸਾਨੂੰ ਗ੍ਰੀਨ ਸਪੇਸ ਮਾੜੀ ਮੋਟੀ ਦਿਖਦੀ ਹੈ, ਜਿੱਥੇ ਅਸੀਂ ਕੋਈ ਪਾਰਕ ਬਣਾ ਸਕਦੇ ਹਾਂ, ਬੱਚਿਆਂ ਦੇ ਖੇਲਣ ਵਾਸਤੇ ਜਾ ਸਕਦੇ ਹਾਂ, ਕੋਈ ਜਗ੍ਹਾ ਇੱਦਾਂ ਲੀਕ ਸਕਦੇ ਹਾਂ, ਉਹਨਾਂ ਤੇ ਸਰਕਾਰ ਦੀ ਇੱਕ ਮੈਨੂੰ ਕਹਿੰਦੇ ਕਰੋਪੀ ਹੈ ਜਿਹੜੀ, ਉਹ ਉੱਤੇ ਥੋੜੇ ਕੁ ਦਿਨਾਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਉੱਥੇ ਬਿਲਡਰਾਂ ਦੀ ਸਾਂਠ ਗਾਂਠ ਨਾਲ ਉੱਥੇ ਬਿਲਡਿੰਗ ਬਣ ਗਈ ਹੈ, ਤੇ ਜਿਹੜੀ ਮਾੜੀ ਮੋਟੀ ਸਾਡੀ ਗ੍ਰੀਨ ਸਪੇਸ ਬਣੀ ਹੈ ਉਹ ਵੀ ਸਾਡੀ ਜਾਂਦੀ ਰਹਿੰਦੀ ਹੈ। ਤੇ ਉਹ ਸਾਡੀ ਇੱਕ ਅਸੀਂ ਗਾਰੰਟੀ ਦਿੱਤੀ ਹੈ, ਉਹਨੂੰ ਅਸੀਂ ਉਹ ਨਾਮ ਦਿੱਤਾ ਹੈ ਗ੍ਰੀਨ ਸਪੇਸ ਗਾਰੰਟੀ। ਜੇ ਕੋਈ ਵੀ ਲੋਕੈਲਿਟੀ ਹੈ, ਭਾਵੇਂ ਉਹ ਯੂਨਿਟ ਨੇ, ਭਾਵੇਂ ਉਹ ਘਰ ਨੇ, ਅਗਰ ਕੋਈ ਆਇਡੈਂਟੀਫਾਈ ਕਰ ਲੈਂਦੇ ਆ ਬਈ ਆਹ ਗ੍ਰੀਨ ਸਪੇਸ ਹੈ ਜਿਹੜਾ ਉਹਨਾਂ ਵਾਸਤੇ ਜ਼ਰੂਰੀ ਹੈ, ਉਹਨਾਂ ਦੇ ਆਪਣੇ ਡੌਗ ਵਾਕ ਵਾਸਤੇ ਲੈ ਕੇ ਜਾ ਸਕਦੇ ਨੇ, ਜਾਂ ਆਪਣੇ ਉੱਥੇ ਉਹ ਪਿਕਨਿਕ ਕਰਦੇ ਨੇ, ਤੇ ਉਹ ਸਰਕਾਰ ਨੂੰ ਇਹ ਲਿਖ ਸਕਦੇ ਨੇ ਬਾਈ ਆਹ ਗ੍ਰੀਨ ਸਪੇਸ ਹੈ ਤੇ ਇਹਦੀ ਜਿਹੜੀ ਰਾਖੀ ਕੀਤੀ ਜਾਏ, ਤੇ ਸਾਡਾ ਇਹ ਵਾਅਦਾ ਹੈ ਕਿ ਅਸੀਂ ਉਹ ਗ੍ਰੀਨ ਸਪੇਸ ਗਾਰੰਟੀ ਦੇਵਾਂਗੇ ਕਿ ਉੱਥੇ ਕੋਈ ਬਿਲਡਿੰਗ ਨਹੀਂ ਉਲੀਕੀ ਜਾਏਗੀ। ਸੋ ਇਹ ਬੜਾ ਵੱਡਾ ਮੁੱਦਾ ਹੈ। ਤੇ ਦੂਜਾ ਮੁੱਦਾ, ਸਾਨੂੰ ਨਾ ਹਮੇਸ਼ਾ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਅਸੀਂ ਵਾਤਾਵਰਣ ਦੇ ਸਕੈਪਟਿਕਸ ਹਾਂ, ਅਸੀਂ ਵਾਤਾਵਰਣ ਦਾ ਧਿਆਨ ਨਹੀਂ ਰੱਖਦੇ। ਲਿਬਰਲ ਪਾਰਟੀ ਤੇ ਗਾਹੇ ਬਗਾਹੀ ਇਲਜ਼ਾਮ ਲਗਾਇਆ ਜਾਂਦਾ, ਤੇ ਉਹਦਾ ਅਸੀਂ ਮੂੰਹ ਤੋੜਵਾਂ ਜਵਾਬ ਦਿੱਤਾ ਹੈ ਕਿ ਜਿਹੜੀ ਅਸੀਂ ਗਾਰੰਟੀ ਦਿੱਤੀ ਹੈ ਕਿ ਆਉਣ ਵਾਲੇ ਇੱਕ ਦਹਾਕੇ ਦੇ ਵਿੱਚ 1 ਮਿਲੀਅਨ ਟਰੀਜ਼ ਯਾਨੀ ਕਿ 10 ਲੱਖ ਅਸੀਂ ਜਿਹੜੇ ਰੁੱਖ ਹੈ ਉਹ ਲਾਵਾਂਗੇ, ਤੇ ਉਹ ਆਪ ਨਹੀਂ ਲਾਵਾਂਗੇ, ਕਮਿਊਨਿਟੀਜ਼ ਨੂੰ ਨਾਲ ਲੈ ਕੇ, ਸਕੂਲਸ ਨੂੰ ਨਾਲ ਲੈ ਕੇ, ਐਸੋਸੀਏਸ਼ਨਸ ਨੂੰ, ਭਾਈਚਾਰਿਆਂ ਨੂੰ ਨਾਲ ਲੈ ਕੇ, ਇੰਡੀਪੈਂਡੈਂਟ ਤੌਰ ਤੇ ਨਹੀਂ, ਸਾਂਝੇ ਤੌਰ ਤੇ ਉਪਰਾਲਾ ਕਰੋਗੇ? ਬਿਲਕੁਲ ਜੀ, ਇਹ ਮੁਹਿੰਮ ਚਲਾਵਾਂਗੇ ਤਾਂ ਕਿ ਜਿਹੜੀ ਹੈ ਨਾ ਕਿਤੇ ਸਿਰਫ ਰੁੱਖ ਹੀ ਲੱਗਣ, ਬਲਕਿ ਕਿ ਰੁੱਖਾਂ ਦੀ ਵੈਲਿਊ ਹੈ ਜਿਹੜੀ, ਤੇ ਜਿਹੜੀ ਉਹਨਾਂ ਦੀ ਦੇਖ ਰੇਖ ਹੈ ਉਹ ਸਾਂਝੇ ਤੌਰ ਤੇ ਕੀਤੀ ਜਾ ਸਕੇ, ਇੱਕ ਕਮਿਊਨਿਟੀ ਸਪਿਰਿਟ ਡਿਵੈਲਪ ਹੋਏ। ਤੁਹਾਨੂੰ ਹਕੀਕੀ ਤੌਰ ਤੇ ਅਮਰਦੀਪ ਜੀ ਲੱਗਦਾ ਹੈ ਪੋਸੀਬਲ ਹੋ ਪਾਊਗਾ? ਬਿਲਕੁਲ ਜੀ ਰਮਨ ਜੀ, ਕਿਉਂਕਿ ਸਾਡੇ ਕੋਲੇ ਪਲਾਨ ਹੈ, ਹਵਾਈ ਗੱਲ ਤਾਂ ਹੈ ਨਹੀਂ ਹੈ, ਇਹ ਸਾਡੇ ਕੋਲ ਸਾਰੇ ਲਿਖਤੀ ਰੂਪ ਚ ਪਲਾਨ ਨੇ, ਇਹਨੂੰ ਕਿੱਦਾਂ ਇੰਪਲੀਮੈਂਟ ਕੀਤਾ ਜਾਏਗਾ। ਬਾਕੀ ਮੈਨੂੰ ਲੱਗਦਾ ਕਿ ਐਵਰੀ ਬਿਗ ਜਰਨੀ ਸਟਾਰਟਸ ਵਿਦ ਦ ਫਰਸਟ ਸਟੈਪ। ਬਾਕੀ ਸਾਡਾ ਤਾਂ ਜਿਹੜਾ ਸੱਭਿਆਚਾਰ ਆ ਉਹ ਵੀ ਸਾਨੂੰ ਕਹਿੰਦਾ ਕਿ ਮਾਲੀ ਦਾ ਕੰਮ ਪਾਣੀ ਦੇਣਾ, ਉਹ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਣਾ, ਲਾਵੇ ਜਾਂ ਨਾ ਲਾਵੇ, ਤੇ ਨੀਤਾਂ ਸਾਫ਼ ਹੋਣੀਆਂ ਚਾਹੀਦੀਆਂ, ਜਿਹੜੀਆਂ ਕਿ ਸਾਡੀ ਪਾਰਟੀ ਦੇ ਵਿੱਚ 100% ਮੈਂ ਇਸ ਗੱਲ ਦਾ ਵਾਅਦਾ ਕਰਦਾ ਕਿ ਸਾਫ਼ ਨੇ, ਤੇ ਉਹ ਇਨਸਾਫ ਨੀਤ ਨੂੰ ਲੈ ਕੇ ਅਸੀਂ ਆਪਣਾ ਜਿਹੜਾ ਪਹਿਲਾ ਕਦਮ ਲਾਂਗੇ। ਸੱਭਿਆਚਾਰਕ ਐਕਟੀਵਿਟੀਜ਼ ਅਕਸਰ ਵੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ, ਤਾਂ ਸੱਭਿਆਚਾਰਕ ਪੱਖ ਤੋਂ ਵੀ ਤੁਹਾਡੀ ਪਾਰਟੀ ਦਾ ਕੋਈ ਏਜੰਡਾ ਜਾਂ ਮੁੱਦਾ ਹੈ? ਬਿਲਕੁਲ ਜੀ, ਸੱਭਿਆਚਾਰਕ ਪੱਖ ਤੋਂ, ਕਿਉਂਕਿ ਇਸ ਵਕਤ ਜਿਹੜੀ ਰਿਪਰੈਜ਼ੈਂਟੇਸ਼ਨ ਹੈ, ਅਸੀਂ ਟਿਕਟ ਤੇ ਦੇਖੀ ਜਾਏ ਤਾਂ ਲਿਬਰਲ ਪਾਰਟੀ ਦੇ ਕਰੀਬ 25 ਜਿਹੜੀਆਂ ਸੀਟਾਂ, ਉਹਨਾਂ ਚੋਂ ਘੱਟ ਤੋਂ ਘੱਟ ਜਿਹੜੀਆਂ 8 ਸੀਟਾਂ ਜਿਹੜੀਆਂ ਉਹ ਮਲਟੀਕਲਚਰਲ ਭਾਈਚਾਰੇ ਦੇ ਹਿੱਸੇ ਆਈਆਂ ਨੇ। ਸੋ ਬਹੁਤ ਸਾਰੇ ਸਾਡੇ ਇਸ ਤਰ੍ਹਾਂ ਦੇ ਚੀਜ਼ਾਂ ਨੇ ਜਿਹੜੀਆਂ ਕਿ ਅਸੀਂ ਉਹਨਾਂ ਨੂੰ ਬਹੁਤ, ਉਹਦਾ ਸਭ ਤੋਂ ਵੱਡਾ ਜਿਹੜਾ ਇੰਪੋਰਟੈਂਟ ਚੀਜ਼ ਹੈ ਜਿਹੜੀ ਹੈ ਮਲਟੀਕਲਚਰਲ ਲੈਂਗੁਏਜਿਸ ਹੈ ਜਿਹੜੀਆਂ, ਕਿਉਂਕਿ ਹਰ ਭਾਈਚਾਰੇ ਦੀ ਇੱਥੇ ਡਿਫਰੈਂਟ ਲੈਂਗੁਏਜ ਹੁੰਦੀ ਹੈ। ਜਿੱਦਾਂ ਸਾਡੇ ਭਾਰਤ ਦੇ ਵਿੱਚ ਹੀ 15-16 ਲੈਂਗੁਏਜਿਸ ਨੇ, ਨੇਪਾਲੀ ਹੈ, ਉਸ ਤੋਂ ਬਾਅਦ ਕੋਰੀਅਨ ਹੈ, ਥਾਈ ਹੈ। ਅਸੀਂ ਸਾਰੀਆਂ ਲੈਂਗੁਏਜਿਸ ਨੂੰ ਸਕੂਲਾਂ ਦੇ ਵਿੱਚ ਪ੍ਰਮੋਟ ਕਰਨ ਦੀ ਜਿਹੜੀ ਹੈ ਉਹ ਗੱਲ ਕਹੀ ਹੈ ਕਿ ਜਿਹੜੀ ਕਿ ਕਿਉਂਕਿ ਜਦੋਂ ਹੁੰਦਾ ਕਿ ਇੱਕ ਜ਼ੁਬਾਨ ਐਸੀ ਚੀਜ਼ ਹੈ, ਜ਼ੁਬਾਨ ਤੁਹਾਡੇ ਸੱਭਿਆਚਾਰ ਦਾ ਜਿਹਨੂੰ ਕਹਿੰਦੇ ਫਾਊਂਡੇਸ਼ਨ ਹੈ, ਉਹਦੀ ਨੀਂਹ ਹੈ। ਜੇ ਤੁਹਾਡੀ ਆਪਣੀ ਜ਼ੁਬਾਨ ਸੰਭਾਲ ਸਕਦੇ ਹੋ ਤਾਂ ਤੁਸੀਂ ਆਪਣਾ ਸੱਭਿਆਚਾਰ ਸੰਭਾਲ ਸਕਦੇ ਹੋ, ਤੇ ਅਸੀਂ ਉਸ ਜ਼ੁਬਾਨ ਨੂੰ ਸੰਭਾਲਣ ਦਾ ਉਪਰਾਲਾ ਕਰ ਰਹੇ ਹਾਂ। ਜਿਹੜੀਆਂ ਵੱਖ-ਵੱਖ ਸੱਭਿਆਚਾਰਕ ਜ਼ੁਬਾਨਾਂ ਨੇ ਉਹਨਾਂ ਵਾਸਤੇ ਸਾਡਾ ਉਪਰਾਲਾ ਹੈ ਕਿ ਅਸੀਂ ਸਕੂਲਾਂ ਦੇ ਵਿੱਚ ਲਾਗੂ ਕਰਾਂਗੇ, ਤੇ ਮੈਨੂੰ ਲੱਗਦਾ ਹੈ ਕਿ ਮਲਟੀਕਲਚਰ ਭਾਈਚਾਰੇ ਵਾਸਤੇ ਬਹੁਤ ਇੰਪੋਰਟੈਂਟ ਚੀਜ਼ ਆ। ਜੀ ਅਮਰਦੀਪ ਜੀ, ਬਹੁਤ ਬਹੁਤ ਧੰਨਵਾਦ। ਸੋ ਸਾਡੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਨੇ, ਤਾਂ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਦੇ ਤੁਸੀਂ ਵਾਅਦੇ, ਜਿਸ ਤਰ੍ਹਾਂ ਦੇ ਦਾਅਵਿਆਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਤਾਂ ਲੋਕ ਤੁਹਾਡੇ ਤੇ ਇਸ ਵਾਰ ਜ਼ਰੂਰ ਵਿਸ਼ਵਾਸ ਕਰਨਗੇ। ਜਗਬਾਣੀ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਅਮਰਦੀਪ ਸਿੰਘ, ਜਿਹੜੇ ਕਿ ਕੈਨਬਰਾ ਤੋਂ ਇਸ ਵਕਤ ਲਾਈਵ ਸਾਡੇ ਨਾਲ ਜੁੜੇ ਹੋਏ ਸਨ। ਮਰਮਜੀ ਜਿਹੜੀ ਉਹਨਾਂ ਦੀ ਕੌਂਸਟੀਚੁਐਂਸੀ ਆ, ਉਸ ਤੋਂ ਉਹ ਇਲੈਕਸ਼ਨ ਲੜ ਰਹੇ ਨੇ ਲਿਬਰਲ ਪਾਰਟੀ ਦੀ ਤਰਫੋਂ। ਤਮਾਮ ਉਹਨਾਂ ਨੇ ਆਪਣੇ ਪੱਖ ਰੱਖੇ ਨੇ, ਤਾਂ ਵੇਖਣਾ ਹੋਵੇਗਾ ਕਿ ਸਥਾਨਕ ਲੋਕ ਆਖਿਰਕਾਰ ਲਿਬਰਲ ਨੂੰ ਇਸ ਵਾਰ ਬਹੁਮਤ ਦਿੰਦੇ ਨੇ ਜਾਂ ਫਿਰ ਨਹੀਂ। ਬਹੁਤ ਬਹੁਤ ਧੰਨਵਾਦ।